ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਜੋ ਵੀ ਮੈਂ ਚੱਲਿਆ। ਇਹ ਕੇਸ ਬਣਾਇਆ ਗਿਆ ਆ ਤੇ ਉਹਨਾਂ ਤੇ ਕੇਸ ਬਣਦਾ ਨਹੀਂ ਸੀ। ਹਿੰਦੁਸਤਾਨ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਇੰਨਾ ਲੰਮਾ ਸਮਾਂ ਕੋਈ ਵੀ ਪ੍ਰਿਜ਼ਨਰ ਨਹੀਂ ਹੋਊਗਾ ਮੇਰੇ ਹਿਸਾਬ ਨਾਲ ਜਿੰਨਾ ਪੰਜਾਬੀਆਂ ਨੂੰ ਲੰਮਾ ਸਮਾਂ ਰੱਖਿਆ ਗਿਆ। ਇਹਨਾਂ ਦੇ ਮੁੱਦੇ ਦੇ ਉੱਤੇ ਤਾਂ ਪਤਾ ਨਹੀਂ ਕਿਉਂ ਸਾਰੇ ਸਿਆਸਤ ਕਰਨ ਲੱਗ ਜਾਂਦੇ ਆ। ਮੈਂ ਉਹੀ ਜਿਵੇਂ ਪਹਿਲਾਂ ਕਿਹਾ ਵੀ ਸਿਆਸਤ ਨਹੀਂ ਹੋਣੀ ਚਾਹੀਦੀ। 95 ਤੋਂ ਅੰਦਰ ਨੇ, ਜਨਵਰੀ 95 ਤੋਂ। ਤੇ ਹੁਣ ਜਿਵੇਂ ਇਸ ਸਮੇਂ ਇਲੈਕਸ਼ਨ ਦੇ ਸਮੇਂ 'ਚ ਮੈਂ ਤਾਂ ਇਹ ਕਹੂੰਗੀ ਵੀ ਇਹਨੂੰ ਇੱਕ ਮੁੱਦਾ ਇਸ ਤਰ੍ਹਾਂ ਦਾ ਇਲੈਕਸ਼ਨ 'ਚ ਨਾ ਇਹਨੂੰ ਬਣਾਇਆ ਜਾਵੇ, ਕਿਉਂਕਿ ਇਲੈਕਸ਼ਨ ਨਾਲ ਸੰਬੰਧਿਤ ਨਹੀਂ ਇਹ, ਰਾਜਨੀਤੀ ਨਾ ਇਹਦੇ 'ਤੇ ਕੀਤੀ ਜਾਵੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰਵਾਲਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਅਹਿਮ ਮੁੱਦਾ ਬਣ ਚੁੱਕਾ ਹੈ। ਦੱਸ ਦਈਏ ਕਿ ਸੰਨ 1991 ਦੇ ਵਿੱਚ ਸੁਮੇਧ ਸਿੰਘ ਸੈਣੀ ਜੋ ਉਸ ਸਮੇਂ ਦੇ ਪੁਲਿਸ ਅਧਿਕਾਰੀ ਸਨ, ਜੋ ਡੀਜੀਪੀ ਬਣ ਕੇ ਰਿਟਾਇਰ ਹੁੰਦੇ ਹਨ, ਉਹਨਾਂ ਦੇ ਉੱਤੇ ਇੱਕ ਅੱਤਵਾਦੀ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸਾਹਮਣੇ ਆਉਂਦਾ ਹੈ। ਔਰ ਉਸ ਤੋਂ ਬਾਅਦ 1993 ਦੇ ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟਾ ਦੇ ਉੱਤੇ ਵੀ ਇੱਕ ਹਮਲਾ ਹੁੰਦਾ ਹੈ ਔਰ ਉਸ ਦੇ ਵਿੱਚ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਆਉਂਦਾ ਹੈ। ਔਰ ਪਿਛਲੇ ਲੰਬੇ ਸਮੇਂ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ ਨੇ ਉਹਨਾਂ ਦੀ ਰਿਹਾਈ ਨਹੀਂ ਹੋਈ। ਉਹਨਾਂ ਦੇ ਪਤਨੀ ਨਵਨੀਤ ਕੌਰ ਭੁੱਲਰ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਲੰਬੇ ਸਮੇਂ ਤੋਂ ਭੁੱਲਰ ਸਾਹਿਬ ਅੰਦਰ ਨੇ ਔਰ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ। ਹਾਂਜੀ, ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹਨਾਂ ਨੂੰ 91 ਦੇ ਵਿੱਚ ਜਿਹੜਾ ਸੁਮੇਧ ਸੈਣੀ ਵਾਲੇ ਕੇਸ ਦੇ ਵਿੱਚ ਇਹਨਾਂ ਨੂੰ ਅੰਡਰਗਰਾਊਂਡ ਹੋਣਾ ਪੈ ਗਿਆ ਸੀ। ਇਹਨਾਂ ਦੇ ਫਾਦਰ ਨੂੰ ਵੀ ਅਰੈਸਟ ਕਰਕੇ ਮਰਡਰ ਕਰ ਦਿੱਤਾ ਗਿਆ। ਇਹਨਾਂ ਦੇ ਮਾਸਟਰ ਜੀ ਦਾ ਵੀ ਫੈਮਿਲੀ ਮੈਂਬਰਸ ਅਰੈਸਟ ਕੀਤੇ। ਉਦੋਂ ਇਹਨਾਂ ਨੂੰ ਅੰਡਰਗਰਾਊਂਡ ਹੋਣਾ ਪਿਆ ਅਤੇ 94 ਦੇ ਵਿੱਚ ਇਹ ਬਾਹਰ ਜਾਣ ਦਾ ਮਤਲਬ ਇਹਨਾਂ ਦਾ ਟਰਾਈ ਕੀਤੀ ਵੀ ਮੈਂ ਬਾਹਰ ਨਿਕਲ ਜਾਵਾਂ, ਕਿਉਂਕਿ ਜਦੋਂ ਫੈਮਿਲੀ ਨੂੰ ਹੀ ਖ਼ਤਮ ਕਰਨ 'ਤੇ ਆ ਗਏ ਤਾਂ ਫਿਰ ਉਹਨਾਂ ਨੇ ਆਪਣੇ ਸੇਫਟੀ ਵਾਸਤੇ ਬਾਹਰ ਜਾਣਾ ਠੀਕ ਸਮਝਿਆ। ਪਰ ਉੱਥੋਂ ਅਨਫੋਰਚੂਨੇਟਲੀ ਇਹਨਾਂ ਨੂੰ ਹੋ ਗਈ ਡਿਪੋਰਟੇਸ਼ਨ ਅਤੇ ਉਸ ਦੇ ਵਿੱਚ ਫਿਰ ਇਹ 95 ਤੋਂ ਅੰਦਰ ਨੇ, ਜਨਵਰੀ 95 ਤੋਂ। ਅਤੇ ਹੁਣ ਜਿਵੇਂ ਇਸ ਸਮੇਂ ਇਲੈਕਸ਼ਨ ਦੇ ਸਮੇਂ 'ਚ ਮੈਂ ਤਾਂ ਇਹ ਕਹੂੰਗੀ ਵੀ ਇਹਨੂੰ ਇੱਕ ਮੁੱਦਾ ਇਸ ਤਰ੍ਹਾਂ ਦਾ ਇਲੈਕਸ਼ਨ 'ਚ ਨਾ ਇਹਨੂੰ ਬਣਾਇਆ ਜਾਵੇ, ਕਿਉਂਕਿ ਇਲੈਕਸ਼ਨ ਨਾਲ ਸੰਬੰਧਿਤ ਨਹੀਂ ਇਹ, ਹੈ ਨਾ, ਰਾਜਨੀਤਿਕ ਨਾ ਇਹਨੂੰ ਬਣਾਇਆ ਜਾਵੇ, ਰਾਜਨੀਤੀ ਨਾ ਇਹਦੇ 'ਤੇ ਕੀਤੀ ਜਾਵੇ। ਇਹ ਤਾਂ ਇੱਕ ਕਾਨੂੰਨੀ ਕੰਮ ਸੀਗਾ, ਕਾਨੂੰਨ ਦੇ ਤਹਿਤ ਇਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਸੈਣੀ ਵਾਲੇ ਕੇਸ 'ਚ ਵੀ ਇਹ ਬਰੀ ਹੋ ਗਏ ਸੀਗੇ ਅਤੇ ਪਰ ਜਿਹੜੇ ਪਰਿਵਾਰਕ ਮੈਂਬਰ ਚਲੇ ਗਏ ਉਹਨਾਂ ਦਾ ਨਾ ਕੁਛ ਕੇਸ ਬਣਿਆ, ਨਾ ਉਹ ਆਏ। ਉਹ ਨੁਕਸਾਨ ਸਾਡਾ ਜਿਹੜਾ ਹੋਇਆ ਉਹ ਵੱਖਰਾ ਹੋਇਆ, ਪਰ ਇਹ ਉਸ ਕੇਸ 'ਚੋਂ ਬਾਅਦ 'ਚ ਬਰੀ ਹੁੰਦੇ ਆ। ਅਤੇ ਇਸ ਕੇਸ ਦੇ ਵਿੱਚੋਂ ਵੀ ਉਹਨਾਂ ਨੂੰ ਫਰੈਕਚਰ ਜੱਜਮੈਂਟ ਹੋਣ ਕਰਕੇ ਇੱਕ ਜੱਜ ਨੇ ਬਰੀ ਕੀਤਾ ਸੀ, ਕਿਉਂਕਿ ਜਿਹੜੇ ਗਵਾਹ ਸੀਗੇ ਉਹ 133 ਗਵਾਹ ਸੀ ਅਤੇ ਇਹਨਾਂ ਨੂੰ ਕੇਸ ਸਿਰਫ ਕਨਫੈਸ਼ਨਲ ਸਟੇਟਮੈਂਟ ਦੇ ਉੱਤੇ ਹੀ ਇਹਨਾਂ ਨੂੰ ਸਜ਼ਾ ਹੋਈ ਸੀ। ਤਾਂ ਭੈਣ ਜੀ, ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਸਿੱਖ ਜੋ ਸੀ ਉਹਨਾਂ ਨੂੰ, ਜੋ ਬੰਦੀ ਸਿੱਖ ਸੀ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਗਈ ਸੀ। ਉਹਨਾਂ ਦੇ ਵਿੱਚ ਇੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਕਿਹਾ ਕਿ ਇਸ ਨੂੰ ਸਿਆਸਤ ਦੇ ਨਾਲ ਨਾ ਜੋੜਿਆ ਜਾਵੇ, ਪਰ ਜਦ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਉਹਨਾਂ ਦਾ ਦੌਰਾ ਸੀ ਤਾਂ ਉਹ ਕਿਸੇ ਵਜ੍ਹਾ ਕਰਕੇ ਜਿਹੜਾ ਰੱਦ ਹੋ ਗਿਆ? ਤੁਹਾਨੂੰ ਲੱਗਦਾ, ਕਿਉਂਕਿ ਚਰਚਾਵਾਂ ਚੱਲੀਆਂ ਸਨ ਕਿ ਪੰਜਾਬ ਦੇ ਵਿੱਚ ਆਉਣਗੇ, ਆਪਣੀ ਰੈਲੀ ਨੂੰ ਸੰਬੋਧਨ ਕਰਨਗੇ ਔਰ ਇਹਨਾਂ ਜੋ 8 ਬੰਦੀ ਸਿੰਘ ਨੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇਗਾ? ਹਾਂਜੀ, ਉਹਨਾਂ ਨੇ 550 ਸਾਲਾਂ ਦੇ ਉੱਤੇ ਅਨਾਊਂਸਮੈਂਟ ਕੀਤੀ ਸੀ ਅਤੇ 7-8 ਬੰਦਿਆਂ 'ਚੋਂ ਉਹਨਾਂ 'ਚੋਂ ਲਾਲ ਸਿੰਘ ਹੋਣਾ ਨੂੰ ਰਿਹਾ ਕੀਤਾ ਗਿਆ, 1-2 ਬੰਦਿਆਂ ਨੂੰ ਹੋਰ ਕੀਤਾ ਗਿਆ, ਪਰ ਉਦੋਂ ਇਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਸੇ ਵਜ੍ਹਾ ਕਰਕੇ ਪਤਾ ਨਹੀਂ ਸਟੇਟਾਂ ਨੂੰ ਕੇਸ ਭੇਜ ਦਿੱਤੇ। ਅਤੇ ਉਦੋਂ ਜਿਹੜੀ ਹੁਣ ਉਹਨਾਂ ਦੀ ਫੇਰੀ ਸੀ PM ਸਾਹਿਬ ਦੀ, ਉਹਦੇ 'ਚ ਸੁਣਿਆ ਤਾਂ ਸੀਗਾ ਪਰ ਉਹ ਫੇਰੀ ਰੱਦ ਹੋ ਗਈ। ਉਹਦੇ 'ਚ ਕੋਈ ਵੀ ਅੜਿੱਚਣ ਆ ਗਈ ਅਤੇ ਉਹਨਾਂ ਦਾ ਵਿਜ਼ਿਟ ਸਕਸੈਸ ਨਹੀਂ ਹੋਇਆ। ਪਰ ਜੇ ਆਉਂਦੇ, ਅਤੇ ਹੁਣ ਵੀ ਸੁਣਿਆ ਵੀ ਉਹਨਾਂ ਨੇ ਆਉਣਾ, ਪਰ ਜੇ ਉਹ ਆਉਂਦੇ ਆ ਤਾਂ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਤਾਂ ਕਿ ਆਪਾਂ ਨੂੰ, ਜੇ ਉਹ ਰਿਹਾਈ ਹੁਣ ਵੀ ਕਰ ਜਾਣ
ਆਰਟੀਕਲ 72 ਦੇ ਅੰਡਰ ਸੈਂਟਰ ਰਿਹਾਈ ਕਰ ਸਕਦੇ ਆ, ਕਿਉਂਕਿ ਪਹਿਲਾਂ ਹੀ ਉਹ ਅਨਾਉਂਸਮੈਂਟ ਕਰ ਚੁੱਕੇ ਆ। ਤੇ ਮੈਨੂੰ ਉਮੀਦ ਆ ਵੀ ਜੇ ਹੁਣ ਪੀਐਮ ਸਾਹਿਬ ਆਉਂਦੇ ਆ ਤੇ ਉਹ ਸਾਰਿਆਂ ਨੂੰ 7-8 ਬੰਦੇ ਜਿਹੜਾ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਵੀ ਉਹਨਾਂ ਨੂੰ ਸਾਰਿਆਂ ਨੂੰ ਹੀ ਰਿਹਾ ਕਰਨ, ਤਾਂ ਉਹ ਬਹੁਤ ਹੀ ਮਤਲਬ ਪੰਜਾਬ ਦੇ ਲਈ ਉਹਨਾਂ ਦੀ ਖੁੱਲ੍ਹ ਦਿਲੀ ਹੋਊਗੀ ਵੀ ਉਹ ਇਸ ਐਲਾਨ ਕਰਕੇ ਜਾਂਦੇ ਆ। ਤਾਂ ਭੈਣ ਜੀ, ਜੇਕਰ ਤੁਹਾਡੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਸਾਹਿਬ ਅੰਦਰ ਚੱਲ ਜਾਂਦੇ ਆ, ਤਾਂ ਤੁਹਾਡੇ ਲਈ ਜਿਹੜਾ ਪਿੱਛੋਂ ਆਪਣੀ ਜ਼ਿੰਦਗੀ ਨੂੰ ਜਿਹੜਾ ਇੰਨਾ ਸਮਾਂ ਬਤੀਤ ਕਰਨਾ ਕਿੰਨਾ ਕੁ ਜਿਹੜਾ ਸੰਘਰਸ਼ਮਈ ਰਿਹਾ? ਹਾਂਜੀ, ਬਹੁਤ ਔਖਾ ਹੁੰਦਾ ਇੱਕ ਲੇਡੀ ਵਾਸਤੇ। ਮਤਲਬ ਇਕੱਲਿਆਂ ਪਹਿਲਾਂ 3 ਸਾਲ ਇੱਥੇ ਰਹਿ ਕੇ ਜਦੋਂ ਅੰਡਰਗਰਾਊਂਡ ਸੀਗੇ ਉਦੋਂ ਵੀ ਪੁਲਿਸ ਨੇ ਮਤਲਬ ਆਉਣਾ ਪੁੱਛਣਾ ਬੜਾ ਮੁਸ਼ਕਲ ਹੋ ਜਾਂਦਾ ਲੇਡੀ ਵਾਸਤੇ। ਮਤਲਬ ਆਪਾਂ ਸੋਚ ਵੀ ਨਹੀਂ ਸਕਦੇ। ਮੈਂ ਇਹਨਾਂ ਨੂੰ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਜੋ ਵੀ ਮੈਂ ਚੱਲਿਆ। ਉਸ ਤੋਂ ਬਾਅਦ ਫਿਰ ਬਾਹਰ ਜਾਣ ਕਰਕੇ ਫਿਰ ਉੱਥੇ ਵੀ ਲਾਈਫ ਵੀ ਬੜੀ ਔਖੀ। ਉੱਥੇ ਤੁਹਾਨੂੰ ਆਪ ਹੀ ਕੰਮ ਕਰਨਾ ਪੈਂਦਾ, ਆਪ ਹੀ ਸਾਰਾ ਕੁਝ ਕਰਨਾ ਪੈਂਦਾ। ਫਿਰ ਉਸ ਤੋਂ ਬਾਅਦ ਵੀ ਮੈਂ ਇੰਡੀਆ ਆ ਕੇ ਇੱਥੇ ਇਹਨਾਂ ਦੇ ਕੇਸ ਨੂੰ ਫੋਲੋ ਕਰਨਾ ਸ਼ੁਰੂ ਕੀਤਾ, ਕਿਉਂਕਿ ਮੈਨੂੰ ਅਸੀਂ ਇਹ ਦੇਖਿਆ ਵੀ ਜਿਹੜਾ ਕੇਸ ਜਿੰਨੀ ਤੱਕ ਫੈਮਿਲੀ ਨਹੀਂ ਫੋਲੋ ਕਰਦੀ ਉਨੀ ਤੱਕ ਤੁਸੀਂ ਕੇਸ ਨੂੰ ਮਤਲਬ ਸਹੀ ਢੰਗ ਨਾਲ ਸਾਡੇ ਨਾਲ ਜ਼ਿਆਦਾ ਸਾਨੂੰ ਇਹੀ ਸਾਡਾ ਟਾਈਮ ਵੀ ਇਸ ਗੱਲ 'ਚ ਬਹੁਤ ਖ਼ਰਾਬ ਹੋਇਆ, ਅਤੇ ਨਾਲੇ ਸਾਨੂੰ ਇਸ ਗੱਲ 'ਚ ਬਹੁਤ ਵਕੀਲਾਂ ਨੂੰ ਕਰਨ 'ਚ ਜਾਂ ਇਸ ਤਰ੍ਹਾਂ ਮਤਲਬ ਕੇਸ ਨੂੰ ਅਸੀਂ ਲੜ ਨਹੀਂ ਸਕੇ ਦੂਰ ਹੋਣ ਦੀ ਵਜ੍ਹਾ ਕਰਕੇ, ਅਤੇ ਫੈਮਿਲੀ ਮੈਂਬਰ ਕੋਈ ਇੱਥੇ ਹੈ ਨਹੀਂ ਸੀਗਾ। ਤਾਂ ਭੈਣ ਜੀ, ਜਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਕੋਰਟ ਵੱਲੋਂ ਵੀ ਬਰੀ ਕਰ ਦਿੱਤਾ ਗਿਆ, ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਜਿਹੜਾ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਇਹ ਝੂਠਾ ਸੀ? ਹਾਂਜੀ, ਕਿਉਂਕਿ ਇਹਨਾਂ ਦੇ ਕੋਈ ਐਵੀਡੈਂਸ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ। ਅਤੇ ਜਿਹੜਾ ਸਰਕਾਰੀ ਵਕੀਲ ਆ ਉਹਨਾਂ ਨੇ ਵੀ ਬਾਅਦ 'ਚ ਰਿਟਾਇਰਮੈਂਟ ਤੋਂ ਬਾਅਦ ਸਟੇਟਮੈਂਟ ਦਿੱਤੀ ਸੀ ਵੀ ਕੇਸ ਬਣਾਇਆ ਗਿਆ ਆ ਅਤੇ ਉਹਨਾਂ 'ਤੇ ਕੇਸ ਬਣਦਾ ਨਹੀਂ ਸੀ ਅਤੇ ਕਨਫੈਸ ਕਰਵਾਇਆ ਗਿਆ ਸੀਗਾ। ਅਤੇ ਬਾਕੀ ਜਿਹੜੀ ਜਦੋਂ ਮੇਰੀ ਲਾਈਫ ਦੀ ਗੱਲ ਆ, ਜਿਵੇਂ ਸਾਡੇ ਵਿਆਹ ਨੂੰ ਅਜੇ 2-2.5 ਮਹੀਨੇ ਹੀ ਹੋਏ ਸੀਗੇ, ਅਤੇ ਉਸ ਤੋਂ ਬਾਅਦ ਮਤਲਬ ਐਂ ਆ ਵੀ ਸਾਡੇ ਕੋਈ ਉਸ ਇਸ਼ੂ ਵੀ ਹੈ ਨਹੀਂ ਸੀਗਾ। ਅਤੇ ਹੁਣ ਫਿਰ ਬੰਦੇ ਨੂੰ ਇਸ ਉਮਰ 'ਚ ਆ ਕੇ ਤਾਂ ਹੁਣ ਕਿੰਨਾ ਔਖਾ ਲੱਗਦਾ ਆ ਕਿ ਇਹ ਵੀ ਅਜੇ ਤੱਕ ਨਹੀਂ ਛੱਡੇ ਗਏ, ਅਤੇ ਇਹਨਾਂ ਨੂੰ ਜੇ ਸਜ਼ਾ ਵੀ ਨਹੀਂ ਸੀ ਬਣਦੀ। ਈਵਨ ਜੱਜ ਨੇ ਤਾਂ ਇਹ ਵੀ ਲਿਖਿਆ ਸੀਗਾ ਜਿਨ੍ਹਾਂ ਨੇ ਕੁਟਲ ਕੀਤਾ ਸੀਗਾ ਵੀ 8 ਸਾਲ ਜਿਹੜਾ ਟਰਾਇਲ ਚੱਲਿਆ ਵੀ ਉਹ ਵੀ ਇਹਨਾਂ ਦਾ ਟਾਈਮ ਵੇਸਟ ਕੀਤਾ। ਅਤੇ ਨਾਲੇ ਜਦੋਂ ਇਹਨਾਂ ਦੀ ਕੰਪਿਊਟ ਹੋਣੀ ਸੀਗੀ ਸਜ਼ਾ, ਅਤੇ ਮੇਰੀ ਉਹਨਾਂ ਨਾਲ ਮੈਂ ਜਸਟਿਸ MP ਸ਼ਾਹ ਨਾਲ ਫੋਨ 'ਤੇ ਕੰਟੈਕਟ ਕੀਤਾ ਸੀ ਪ੍ਰੈਜ਼ੀਡੈਂਟ ਦੀ ਰਿਜੈਕਸ਼ਨ ਤੋਂ ਬਾਅਦ ਅਤੇ ਸੁਪਰੀਮ ਕੋਰਟ ਦੀ ਰਿਜੈਕਸ਼ਨ ਤੋਂ ਬਾਅਦ। ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਆਪਣਾ ਡਿਸੀਜ਼ਨ ਲਿਖਿਆ ਸੀ ਮੈਂ ਉਹਦੇ ਥੱਲੇ ਲਿਖਿਆ ਸੀਗਾ ਵੀ ਇਹਨਾਂ ਦੀ ਲਾਈਫ ਇਨ ਪ੍ਰਿਜ਼ਨ ਕਰਨ ਵੇਲੇ ਮੇਰੀ ਸਲਾਹ ਲਈ ਜਾਵੇ, ਪਰ ਉਹਨਾਂ ਨੇ ਉਦੋਂ ਉਹ ਵੀ ਨਹੀਂ ਸੀ ਲਈ। ਅਤੇ ਇੱਦਾਂ ਮਤਲਬ ਸਾਡੇ ਨਾਲ ਮਤਲਬ ਕਾਨੂੰਨੀ ਤੌਰ 'ਤੇ ਬਹੁਤ ਜ਼ਿਆਦਾ ਧੱਕਾ ਹੋਇਆ। ਅਤੇ ਉਸ ਤੋਂ ਉੱਪਰ ਹੁਣ ਜਿਹੜੀ ਰਿਹਾਈ ਵੀ ਨਹੀਂ ਹਜੇ ਹੋ ਰਹੀ, ਬਣਦੀ ਸਜ਼ਾ ਕੱਟਣ ਦੇ ਬਾਵਜੂਦ ਵੀ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਅਤੇ ਇਹਨਾਂ ਦੀ ਸਿਹਤ ਦੀਆਂ ਵੀ ਬਹੁਤ ਪ੍ਰੋਬਲਮ ਹੈ, ਇਹਨਾਂ ਨੂੰ ਮੈਂਟਲੀ ਵੀ ਕਿੰਨਾ ਅਪਸੈਟ ਹੋ ਕੇ ਮਤਲਬ ਇਹਨਾਂ ਨੂੰ ਬੜੀ ਮੁਸ਼ਕਿਲ ਇਹਨਾਂ ਨੂੰ ਰਿਕਵਰ ਹੋਏ ਆ ਇਲਾਜ ਤੋਂ ਬਾਅਦ। ਲੰਬਾ ਸਮਾਂ ਇਲਾਜ ਚੱਲਿਆ ਅਤੇ ਅਜੇ ਵੀ ਚੱਲਦਾ ਹੀ ਪਿਆ। ਤਾਂ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪੰਜਾਬ ਨੂੰ ਲੈ ਕੇ ਇਹਨਾਂ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਹੈ। ਪਿਛਲੇ ਦਿਨੀ ਜੋ ਸਿੱਖ ਸੰਗਠਨ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪ੍ਰੋਫੈਸਰ ਭੁੱਲਰ ਨੂੰ ਰਿਹਾਈ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਘਿਰਾਵ ਕਰਾਂਗੇ। ਹਾਂਜੀ, ਜਥੇਬੰਦੀਆਂ ਸਾਰੀਆਂ ਹੀ ਆਪਣੇ ਤੌਰ 'ਤੇ ਇਹ ਹੁਣ ਦੀ ਗੱਲ ਨਹੀਂ, ਬੜੇ ਚਿਰ ਤੋਂ ਜਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ। ਇਹ ਵੋਟਾਂ ਵੇਲੇ ਨਹੀਂ, ਇਹ ਕਈ ਲੋਕ ਸੋਚਦੇ ਆ ਵੀ ਇਲੈਕਸ਼ਨ ਵੇਲੇ ਹੀ ਇਹ ਮੁੱਦੇ ਆਉਂਦੇ ਆ, ਪਰ ਉਹ ਹਮੇਸ਼ਾ ਹੀ ਸਮੇਂ-ਸਮੇਂ 'ਤੇ ਆਪਣਾ ਆਵਾਜ਼ ਉਠਾਉਂਦੇ ਰਹੇ ਆ। ਅਤੇ ਇਸ ਕਰਕੇ ਉਹਨਾਂ ਨੇ ਕਿਹਾ ਤਾਂ ਹੈਗਾ ਆ ਵੀ ਉਹ ਵੀ ਚਾਹੁੰਦੇ ਆ ਵੀ ਸਾਨੂੰ ਕੁਛ ਬਹੁਤਾ ਨਾ ਇਸ ਤਰ੍ਹਾਂ ਦਾ ਕਰਨਾ ਪਵੇ, ਵੀ ਚੋਣਾਂ ਦੇ ਸਮੇਂ 'ਚ ਮਾਹੌਲ ਖ਼ਰਾਬ ਨਾ ਹੋਵੇ। ਅਤੇ ਬੜੇ ਸਿਆਣਪ ਨਾਲ ਉਹ ਕਰ ਰਹੇ ਆ, ਸੰਘਰਸ਼ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਜਾਂ ਉਹ ਜੋ ਵੀ ਕਰ ਸਕਦੇ ਆ ਕਰਦੇ ਆ। ਅਤੇ ਪਰ ਉਹਦਾ ਰਿਜ਼ਲਟ ਅਜੇ ਤੱਕ ਕੋਈ ਨਿਕਲਿਆ ਨਹੀਂ ਹੈਗਾ। ਭੈਣ ਜੀ, ਪਿਛਲੇ ਦਿਨੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜਾ ਸਿੱਖ ਸੰਗਠਨਾਂ ਵੱਲੋਂ ਜਿਹੜਾ ਮਾਰਚ ਵੀ ਕੀਤਾ ਗਿਆ, ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਕਿ ਤੁਹਾਨੂੰ ਲੱਗਦਾ ਕਿ ਪਿਛਲੇ ਲੰਬੇ ਸਮੇਂ ਤੋਂ ਮੰਗ ਤਾਂ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਕੋਈ ਰਿਹਾਈ ਦਾ ਨਾਮ ਕਿਉਂ ਨਹੀਂ ਲਿਆ ਗਿਆ ਕਿਸੇ ਵੱਲੋਂ ਵੀ? ਹਾਂਜੀ, ਇਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਰਿਜ਼ਲਟ ਕੋਈ ਨਹੀਂ ਨਿਕਲਿਆ। ਇਹਦਾ ਕਾਰਨ ਤਾਂ ਫਿਰ ਸਰਕਾਰਾਂ ਹੀ ਜਾਣਦੀਆਂ, ਅਤੇ ਕਿਸੇ ਸਾਰਿਆਂ ਨੂੰ ਸਗੋਂ ਇਸ ਗੱਲ ਦੀ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆ ਵੀ ਤੁਸੀਂ ਆਪ ਵੀ ਰਿਪੋਰਟਰ ਹੋ, ਤੁਹਾਨੂੰ ਜ਼ਿਆਦਾ ਪਤਾ ਹੋਣਾ ਸਾਡੇ ਨਾਲੋਂ ਵੀ, ਹਿੰਦੁਸਤਾਨ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਇੰਨਾ ਲੰਮਾ ਸਮਾਂ ਕੋਈ ਵੀ ਪ੍ਰਿਜ਼ਨਰ ਨਹੀਂ ਹੋਊਗਾ ਮੇਰੇ ਹਿਸਾਬ ਨਾਲ ਜਿੰਨਾ ਪੰਜਾਬੀਆਂ ਨੂੰ ਲੰਮਾ ਸਮਾਂ ਰੱਖਿਆ ਗਿਆ। ਤਾਂ ਭੈਣ ਜੀ, ਪ੍ਰੋਫੈਸਰ ਸਾਹਿਬ ਉਦੋਂ ਜਦੋਂ ਇਹ ਵਾਰਦਾਤ ਹੁੰਦੀ ਆ, ਜਦੋਂ ਇਹ ਘਟਨਾਕ੍ਰਮ ਵਾਪਰਦਾ ਤਾਂ ਉਹ ਉਸ ਟਾਈਮ ਕਾਲਜ ਦੇ ਵਿੱਚ ਉਹ ਲੈਕਚਰਰ ਸੀ।
ਕੀ ਤੁਹਾਨੂੰ ਲੱਗਦਾ ਹੈ ਕਿ ਮਤਲਬ ਜੇਕਰ ਇਹਨਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬਚਪਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਉਹਨਾਂ ਦੇ ਮਨ ਦੇ ਅੰਦਰ ਕੋਈ ਖਿਆਲ ਹੁੰਦੇ ਸੀ ਜਿਸ ਤਰ੍ਹਾਂ ਦੇ ਉਹਨਾਂ ਦੇ ਅੰਦਰ ਇਲਜ਼ਾਮ ਲੱਗੇ ਉਹਨਾਂ ਦੇ ਉੱਤੇ? ਨਹੀਂ ਨਹੀਂ, ਬਚਪਨ ਤੋਂ ਨਹੀਂ, ਇਵਨ ਪ੍ਰੋਫੈਸਰ ਲੱਗਣ ਵੇਲੇ ਤੱਕ ਵੀ ਉਹਨਾਂ ਦਾ ਬਹੁਤ ਹੀ ਸ਼ਾਂਤ ਸੁਭਾਅ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮਤਲਬ ਮੈਂ ਵੀ ਵਿਆਹ ਤੋਂ ਬਾਅਦ ਕੋਈ ਨਹੀਂ ਸੀ ਇਦਾਂ ਦਾ ਸੁਣਿਆ ਵੀ ਉਹਨਾਂ ਦਾ ਸੁਭਾਅ ਕੋਈ ਕਾਹਲਾ ਹੋਵੇ ਜਾਂ ਉਹਨਾਂ ਦਾ ਸੁਭਾਅ 'ਚ ਕੋਈ ਇਹੋ ਜਿਹੀ ਗੱਲ ਹੋਵੇ ਜਾਂ ਸਕੂਲ ਦੇ ਟਾਈਮ 'ਚ ਉਹਨਾਂ ਦੀ ਕੋਈ ਲੜਾਈ ਝਗੜੇ ਵਾਲੀ ਬੈਕਗਰਾਊਂਡ ਰਹੀ ਹੋਵੇ ਜਾਂ ਕਾਲਜ ਟਾਈਮ 'ਚ ਇਦਾਂ ਦੀ ਕੋਈ ਗੱਲ ਨਹੀਂ ਸੀਗੀ। ਪਰ ਇਹ ਤਾਂ ਜਿਵੇਂ ਉਦੋਂ ਸਮਾਂ ਹੀ ਇਸ ਤਰ੍ਹਾਂ ਦਾ ਸੀਗਾ, ਕਹਿ ਲਓ ਵੀ ਜੇ ਉਹਨਾਂ ਦੇ ਨਾਲ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਸਟੂਡੈਂਟ ਹੋਣਗੇ ਜਿਹੜੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਤੇ ਉਹਨਾਂ ਨੂੰ ਇਹਨਾਂ ਨੂੰ ਇਸ ਗੱਲ 'ਚ ਵੀ ਘੜੀਸ ਲਿਆ ਗਿਆ ਹੋਵੇ, ਤੇ ਇਹ ਮੈਂ ਨਹੀਂ, ਇਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਸੀ ਇਸ ਤਰ੍ਹਾਂ ਦੀ। ਤਾਂ ਜੋ ਲੋਕ ਨੇ ਇੱਥੇ ਚਰਚਾਵਾਂ ਚੱਲਦੀਆਂ ਨੇ ਜੀ ਉਹਨਾਂ ਨੂੰ ਛੱਡਣ ਕਰਕੇ ਕਿਤੇ ਪੰਜਾਬ ਦਾ ਮਾਹੌਲ ਨਾ ਖਰਾਬ ਹੋ ਜੇ, ਇਹਦੇ ਪਿੱਛੇ ਕੀ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਸਭ ਨੂੰ? ਇਹਦੇ ਦੇਖੋ ਜੀ, ਉਹਨਾਂ ਦੇ ਛੱਡਣ ਨਾਲ ਕੋਈ ਮਾਹੌਲ ਨੂੰ ਫਰਕ ਨਹੀਂ ਪੈਣਾ ਕਿਉਂਕਿ ਉਹ 13 ਵਾਰ ਪੈਰੋਲ ਕੱਟ ਚੁੱਕੇ ਆ। ਜੇ ਉਹਨਾਂ ਨੂੰ ਛੱਡਣ ਨਾਲ ਪੈਰੋਲ ਦੇ ਦੌਰਾਨ ਕੋਈ ਗੜਬੜ ਹੁੰਦੀ ਆ ਜਾਂ ਕੋਈ ਮਾਹੌਲ ਖ਼ਰਾਬ ਹੁੰਦਾ ਤਾਂ ਉਹ ਪੈਰੋਲ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੁੰਦਾ। ਤੇ ਇਹਨਾਂ ਦੀਆਂ 13 ਪੈਰੋਲ ਕੱਟੀਆਂ ਗਈਆਂ ਤੇ ਸਾਰੇ ਸਾਡੇ ਨੇਬਰਹੁੱਡ ਤੋਂ ਵੀ ਸਾਰਿਆਂ ਤੋਂ ਸਟੇਟਮੈਂਟ ਲੈ ਕੇ ਬੜੀ ਵਾਰ ਕਰਵਾ ਕੇ ਉਹਨਾਂ ਨੇ ਭੇਜਿਆ, ਬੜੀ ਵਾਰ ਮੰਗਿਆ ਰਿਕਾਰਡ, ਸਾਰਾ ਰਿਕਾਰਡ ਉਹਨਾਂ ਕੋਲ ਗਿਆ ਹੋਇਆ ਤੇ ਹਸਪੀਟਲ 'ਚ ਵੀ ਆ ਤੇ ਉੱਥੇ ਇਹਨਾਂ ਦਾ ਟ੍ਰੀਟਮੈਂਟ ਚੱਲਦਾ। ਕੋਈ ਇਹੋ ਜਿਹੀ ਇਹਨਾਂ ਦੀ ਮਤਲਬ ਕਿਸੇ ਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ, ਕੋਈ ਇੱਥੋਂ ਦੀ ਪੀਸ ਨੂੰ ਕੋਈ ਖਤਰਾ ਨਹੀਂ ਹੈਗਾ ਵੀ ਉਹਨਾਂ ਨੂੰ ਜੇ ਛੱਡਣ ਦੇ ਵਿੱਚ, ਕਿਉਂਕਿ ਉਹ ਹੁਣ ਇਸ ਉਮਰ ਦੇ ਵਿੱਚ ਜਦੋਂ ਬੰਦੇ ਦੀ ਸਿਹਤ ਵੀ ਨਹੀਂ ਠੀਕ ਹੋ ਗਈ ਉਸ ਤੋਂ ਕੀ ਖਤਰਾ ਹੋ ਸਕਦਾ ਕਿਸੇ ਨੂੰ। ਜਦੋਂ ਪਹਿਲੀ ਵਾਰ ਉਹ ਪੈਰੋਲ ਤੇ ਹੁੰਦੇ ਆ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨਾਲ, ਕਿ ਉਹ ਉਹਨਾਂ ਦਾ ਕੀ ਕਹਿਣਾ ਸੀ ਉਸ ਸਮੇਂ? ਜਦੋਂ ਪਹਿਲੀ ਵਾਰ 21 ਸਾਲਾਂ ਬਾਅਦ ਆਏ ਸੀ ਕਿ 21 ਦਿਨ ਦੀ ਪੈਰੋਲ ਮਿਲੀ ਸੀਗੀ ਉਦੋਂ, ਤੇ ਬਹੁਤ ਥੋੜ੍ਹਾ ਸਮਾਂ ਸੀਗਾ ਤੇ ਫਿਰ ਸਿਹਤ ਵੀ ਇੰਨੀ ਠੀਕ ਨਹੀਂ ਸੀਗੀ ਤੇ ਕੁਛ ਘਰ ਵੀ ਲੋਕਾਂ ਬਹੁਤ ਸਾਡੇ ਆਵਾਜਾਈ ਵੀ ਬਹੁਤ ਸੀਗੀ ਇਹਨਾਂ ਦੀ ਸਿਹਤ ਕਰਕੇ, ਲੋਕ ਬੜੀ ਕੰਸਰਨ ਸੀਗੇ ਤੇ ਇਹਨਾਂ ਨੂੰ ਮਿਲਣ ਆਉਂਦੇ ਸੀ ਜ਼ਿਆਦਾ ਤੇ ਦਵਾਈ ਵਗੈਰਾ ਚੱਲਦੀ ਸੀਗੀ ਤੇ ਮਤਲਬ ਬੰਦੇ ਨੂੰ ਜਿਵੇਂ ਯਕੀਨ ਹੀ ਨਹੀਂ ਆਉਂਦਾ ਕਿ ਮੈਂ ਘਰ ਆ ਗਿਆ ਇੰਨੇ ਟਾਈਮ ਬਾਅਦ। ਤੁਸੀਂ ਉਹਨਾਂ ਨੂੰ ਮਤਲਬ ਆਪਣੇ ਆਪ ਨੂੰ, ਮੈਨੂੰ ਇਹੀ ਕਹਿੰਦੇ ਹੁੰਦੇ ਸੀ ਵੀ ਮੈਨੂੰ ਐਂ ਲੱਗਦਾ ਨਹੀਂ ਵੀ ਮੈਂ ਬਾਹਰ ਆ ਜਾਂ ਮੈਂ ਘਰ ਆ। ਭੈਣ ਜੀ, ਗੱਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੋਊਗੀ ਕਿ ਮੇਰੇ ਤੇ ਝੂਠੇ ਪਰਚੇ ਦਿੱਤੇ ਗਏ ਆ ਜਾਂ ਕਿਸੇ ਵੇਲੇ ਕਿਸੇ ਨਾਲ ਪੋਲੀਟੀਕਲ ਰੰਜਿਸ਼ ਹੁੰਦੀ ਆ, ਕਿਸੇ ਨਾਲ ਨਿੱਜੀ ਰੰਜਿਸ਼ ਹੁੰਦੀ, ਕੋਈ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਵੇ? ਹਾਂਜੀ, ਮਤਲਬ ਇਹਨਾਂ ਨੇ ਇਹ ਤਾਂ ਦੱਸਦੇ ਹੁੰਦੇ ਸੀ ਪਹਿਲਾਂ ਜਦੋਂ ਟਰਾਇਲ ਚੱਲਦਾ ਸੀ, ਜਦੋਂ ਅਰੈਸਟ ਹੋਏ ਆ ਤੇ ਵੀ ਮਤਲਬ ਮੇਰੇ ਅਗੇਂਸਟ ਕੋਈ ਐਵੀਡੈਂਸ ਹੈ ਨਹੀਂ। ਇਹਨਾਂ ਨੇ ਮੈਨੂੰ ਜਰਮਨ ਤੋਂ ਆਉਣ ਕਰਕੇ ਮੈਨੂੰ ਇਹ ਕੇਸ ਮੇਰੇ ਤੇ ਪਾਇਆ ਗਿਆ ਤੇ ਪਹਿਲਾਂ ਵੀ ਕੇਸ ਜਿਹੜਾ ਪਾਇਆ ਗਿਆ ਸੀ ਵੀ ਉਹ ਵੀ ਮੇਰੇ ਤੇ ਜਿਵੇਂ ਮੁਲਤਾਨੀ ਦੇ ਕਹਿਣ ਤੇ ਹੀ ਪਾ ਦਿੱਤਾ ਗਿਆ ਸੀ। ਮਤਲਬ ਕੋਈ ਵੀ, ਮੈਂ ਕਹਿੰਦੀ ਹਾਂ ਜਦੋਂ ਤੁਸੀਂ ਕਿਸੇ ਨੂੰ ਟੌਰਚਰ ਕਰਦੇ ਹੋ ਤੇ ਉਹ ਬੰਦਾ, ਭੈਣ ਜੀ ਇਹਦੇ ਪਿੱਛੇ ਕੀ ਕਾਰਨ ਕੀ ਹੋ ਸਕਦਾ? ਮੈਂ ਉਹੀ ਤੁਹਾਨੂੰ ਦੱਸਣ ਲੱਗੀ ਆ, ਮਤਲਬ ਜੇ ਕਿਸੇ ਬੰਦੇ ਨੂੰ ਤੁਸੀਂ ਕਿੰਨਾ ਟੌਰਚਰ ਕਰ ਦੋ, ਉਹਨੂੰ ਮਜਬੂਰ ਕਰ ਦੋ ਵੀ ਦੱਸੋ, ਤਾਂ ਉਹ ਆਪਣੀ ਜਾਨ ਛੁਡਾਉਣ ਵਾਸਤੇ ਕਿਸੇ ਦਾ ਵੀ ਨਾਂ ਲੈ ਸਕਦਾ। ਤੇ ਉਦੋਂ ਮੁਲਤਾਨੀ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਟੌਰਚਰ ਕੀਤਾ ਹੋਣਾ ਵੀ ਉਹਨਾਂ ਨੇ ਜਿਹੜੇ 2-4 ਜਿਹਦੇ ਵੀ ਨਾਂ ਲਏ, ਇਹਨਾਂ ਦਾ ਨਾਮ ਮੂੰਹੋਂ ਨਿਕਲ ਗਿਆ, ਜਿਹਦਾ ਵੀ ਨਿਕਲ ਗਿਆ ਤੇ ਉਹ ਉੱਦਾਂ ਦਾ ਮਾਹੌਲ ਇਹੋ ਜਿਹਾ ਸੀਗਾ ਤੇ ਹਰ ਕੋਈ ਆਪਣੀ ਜਾਨ ਬਚਾਉਂਦਾ ਸੀਗਾ ਵੀ ਕਿ ਚਲੋ ਮੈਂ ਬਚ ਜਾਵਾਂ ਸ਼ਾਇਦ ਜੇ ਮੈਂ ਕਿਸੇ ਦਾ ਦੱਸ ਦੂੰਗਾ, ਜਾਂ ਪਤਾ ਨਹੀਂ ਵਿਚਾਰਿਆਂ ਨੇ ਕਿਵੇਂ ਉਹਨਾਂ ਨੂੰ ਵੀ ਟੌਰਚਰ ਝੱਲਿਆ ਹੋਣਾ ਤੇ ਇਸ ਕਰਕੇ ਇਹ ਸਭ ਕੁਝ ਹੋਇਆ। ਭੈਣ ਜੀ, ਅਕਸਰ ਅਸੀਂ ਦੇਖਦੇ ਹਾਂ, ਰੂਟੀਨ ਦੇ ਵਿੱਚ ਦੇਖੀਦਾ ਹੈ ਕਿ ਜਦੋਂ ਲੜਕੀ ਦੇ ਵਿਆਹ ਨੂੰ ਥੋੜ੍ਹਾ ਸਮਾਂ ਹੁੰਦਾ ਜਾਂ ਕੋਈ ਮਿਸਹੈਪਨਿੰਗ ਹੋ ਜਾਂਦੀ ਜਾਂ ਕੁਛ ਵੀ ਹੋ ਜਾਂਦਾ ਤਾਂ ਪਰਿਵਾਰਕ ਮੈਂਬਰ ਵੀ ਕਹਿੰਦੇ ਨੇ ਕਿ ਦੂਸਰਾ ਵਿਆਹ ਕਰ ਦਈਏ, ਜਾਂ ਲੜਕੀ ਖੁਦ ਵੀ ਕਹਿੰਦੀ ਹੈ ਜਿਵੇਂ ਦੂਸਰਾ ਵਿਆਹ ਕਰ ਦਈਏ। ਤਾਂ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਉਰੋਂ ਕੀ ਪ੍ਰਤੀਕਿਰਿਆ ਸੀ ਔਰ ਤੁਹਾਡੀ ਪ੍ਰਤੀਕਿਰਿਆ ਕੀ ਸੀ? ਹਾਂਜੀ, ਇੱਦਾਂ ਹੁੰਦਾ ਤਾਂ ਹੈਗਾ ਆ, ਬਹੁਤ ਮੁਸ਼ਕਿਲ ਹੋ ਜਾਂਦਾ ਪੇਰੈਂਟਸ ਵਾਸਤੇ ਵੀ, ਸਾਡੀ ਫੈਮਿਲੀ ਵਾਸਤੇ ਬਹੁਤ ਔਖਾ ਸੀਗਾ ਤੇ ਉਹਨਾਂ ਨੂੰ ਵੀ ਐਂ ਲੱਗਦਾ ਸੀ ਵੀ ਅਜੇ 2-2.5 ਮਹੀਨੇ ਹੋਏ ਆ, ਕੋਈ ਖਾਸ ਟਾਈਮ ਨਹੀਂ ਹੋਇਆ, ਤੇਰੀ ਉਮਰ ਵੀ ਕੋਈ ਜ਼ਿਆਦਾ ਨਹੀਂ ਹੈਗੀ, ਤੂੰ ਯੰਗ ਆ ਤੇ ਵੀ ਮਤਲਬ ਕਰਵਾ ਲੈਣਾ ਚਾਹੀਦਾ ਹੈ ਨਾ। ਪਰ ਮੈਂ ਮੈਨੂੰ ਇੱਕ ਸਵਾਲ ਹੋਰ ਐਡ ਕਰਾਂਗਾ ਵਿੱਚ, ਤਾਂ ਤੁਹਾਡੇ ਪ੍ਰੋਫੈਸਰ ਸਾਹਿਬ ਦਾ ਇਹਦੇ ਉੱਤੇ ਕੀ ਫੈਸਲਾ ਸੀ? ਅਸੀਂ ਤਾਂ ਇਹ ਅੰਡਰਗਰਾਊਂਡ ਸੀਗੇ ਉਦੋਂ 3 ਸਾਲ ਅਸੀਂ ਬਿਲਕੁਲ ਨਹੀਂ ਮਿਲੇ। ਮੈਂ ਤਾਂ ਇਹਨਾਂ ਨੂੰ 95 ਤੋਂ ਬਾਅਦ 2001 'ਚ ਇਹਨਾਂ ਨਾਲ ਜਿਹੜੀ ਪਹਿਲੀ ਮੁਲਾਕਾਤ ਕੀਤੀ ਉਦੋਂ ਹੀ ਮਿਲੇ ਆ। ਸਾਡਾ ਕੋਈ ਮਤਲਬ ਉਦੋਂ ਮਾਹੌਲ ਇਹੋ ਜਿਹਾ ਸੀਗਾ ਵੀ ਕੋਈ ਨੁਕਸਾਨ ਨਾ ਹੋ ਜਾਵੇ, ਇਹ ਵੀ ਨਹੀਂ ਸੀ ਮੈਨੂੰ ਮਿਲਦੇ, ਮੈਂ ਵੀ ਨਹੀਂ ਸੀ, ਅਸੀਂ ਮਿਲ ਨਹੀਂ ਸੀ ਸਕਦੇ ਉਦੋਂ, ਕੋਈ ਫੋਨ ਵਗੈਰਾ ਵੀ ਨਹੀਂ ਸੀ ਹੁੰਦਾ ਤੇ ਉਦੋਂ ਇਹਨਾਂ ਨੂੰ ਕੁਝ ਨਹੀਂ ਸੀ ਪਤਾ। ਇਹਨਾਂ ਨੂੰ ਤਾਂ ਐਂ ਹੀ ਲੱਗਦਾ ਸੀ ਵੀ ਮੈਨੂੰ ਇਹਨਾਂ ਨੇ ਫੜ ਲਿਆ ਆ ਤੇ ਇਹਨਾਂ ਨੇ ਮੈਨੂੰ ਛੱਡਣਾ ਨੀਗਾ, ਕਨਫੈਸ ਕਰਾ ਲਿਆ ਆ ਜਾਂ ਮੈਨੂੰ ਵੈਸੇ ਮੈਨੂੰ ਕੋਈ ਮੁਕਾਬਲਾ ਬਣਾ ਕੇ ਵੀ ਮਾਰ ਸਕਦੇ ਆ। ਤੇ ਫਿਰ ਫੈਮਿਲੀ ਸਾਡੀ ਨੇ ਮਤਲਬ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਆ, ਕਿਹਾ ਵੀ ਬਹੁਤ, ਸਮਝਾਇਆ ਵੀ ਮੈਨੂੰ, ਪਰ ਮੈਨੂੰ ਮੇਰੀ ਕੌਨਸ਼ੀਅਸ ਨਹੀਂ ਅਲਾਓ ਕੀਤੀ ਵੀ ਮੈਂ ਇਹ ਸੋਚਿਆ ਵੀ ਜੋ ਮੇਰੀ ਕਿਸਮਤ 'ਚ ਪਰਮਾਤਮਾ ਨੇ ਲਿਖਿਆ ਆ, ਦੇਖੋ ਅਜੇ
ਕੋਈ ਮਤਲਬ ਉਹਨਾਂ ਨੂੰ ਅਜੇ ਜ਼ਿੰਦਗੀ ਹੈਗੀ ਆ, ਬਚ ਵੀ ਸਕਦੇ ਆ। ਮਤਲਬ ਮੈਨੂੰ ਕਦੇ ਇਦਾਂ ਦਾ ਮਹਿਸੂਸ ਨਹੀਂ, ਪਰਮਾਤਮਾ ਨੇ ਮੈਨੂੰ ਮੇਰੇ ਅੰਦਰੋਂ ਨਹੀਂ ਮੈਨੂੰ ਕਦੇ ਆਵਾਜ਼ ਆਈ ਵੀ ਮੈਂ ਕੋਈ ਪੇਰੈਂਟਸ ਜੋ ਕਹਿ ਰਹੇ ਆ ਮੈਂ ਉਹਨੂੰ ਕਰਾਂ। ਮਤਲਬ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ। ਚਲੋ ਉਹ ਆਪਣੀ ਏਜ ਦੇ ਹਿਸਾਬ ਨਾਲ, ਸੁਸਾਇਟੀ ਦੇ ਹਿਸਾਬ ਨਾਲ ਉਹ ਠੀਕ ਸੀਗੇ ਜੋ ਕਹਿੰਦੇ ਸੀਗੇ, ਕਿਉਂਕਿ ਮੈਂ ਵੀ ਸੋਚਦੀ ਹੁੰਦੀ ਸੀ ਵੀ 4-5 ਸਾਲਾਂ 'ਚ ਠੀਕ ਹੋ ਜਾਊਗਾ, ਜਦੋਂ ਕੋਈ ਕਸੂਰ ਨਹੀਂ, ਕੁਛ ਕੀਤਾ ਨਹੀਂ। ਤੇ ਇਸ ਕਰਕੇ ਉਹਨੂੰ ਮੈਨੂੰ ਪਰ ਇਹ ਨਹੀਂ ਸੀ ਪਤਾ ਵੀ ਇੰਨਾ ਲੰਮਾ ਟਾਈਮ ਲੱਗ ਜਾਊਗਾ। ਪਰ ਫਿਰ ਵੀ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਵੀ ਉਹਨਾਂ ਦੀ ਜ਼ਿੰਦਗੀ ਬਚ ਗਈ ਆ ਤੇ ਉਹ ਪੈਰੋਲਾਂ 'ਤੇ ਆਉਣ ਲੱਗ ਗਏ ਆ। ਸਾਰਿਆਂ ਦੇ ਸਹਿਯੋਗ ਨਾਲ ਪਰਮਾਤਮਾ ਦੀ ਅਪਾਰ ਕਿਰਪਾ ਹੋਈ ਆ ਤੇ ਮੀਡੀਆ ਨੇ ਵੀ ਸਾਡਾ ਬਹੁਤ ਸਾਥ ਦਿੱਤਾ, ਜਥੇਬੰਦੀਆਂ ਨੇ ਵੀ ਬਹੁਤ ਸਾਥ ਦਿੱਤਾ, ਸਾਰੀ ਕੌਮ ਨੇ। ਬਾਕੀ ਹਿਊਮਨ ਰਾਈਟਸ ਨੂੰ ਬਿਲੋਂਗ ਕਰਦੇ ਜਿਹੜੇ ਉਹਨਾਂ ਲੋਕਾਂ ਨੇ ਵੀ ਸਾਡੇ ਕੇਸ ਦੇ ਵਿੱਚ ਬਹੁਤ ਸਾਨੂੰ ਸਹਿਯੋਗ ਦਿੱਤਾ, ਵੀ ਉਹਨਾਂ ਨੂੰ ਵੀ ਮਹਿਸੂਸ ਹੋਇਆ ਵੀ ਇਹ ਜਿਹੜਾ ਮਤਲਬ ਕੇਸ ਵਾਕਿਆ ਹੀ ਗਲਤ ਪਾਇਆ ਗਿਆ ਇਹਨਾਂ 'ਤੇ। ਭੈਣ ਜੀ, ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਪਾਰਟੀ ਇਸ ਸਮੇਂ, ਕਿਉਂਕਿ ਪੰਜਾਬ ਦੇ ਵਿੱਚ ਸਿੱਖ ਬਹੁ ਗਿਣਤੀ ਵਿੱਚ ਹੈਗੇ ਨੇ, 60% ਜਿਹੜੇ ਸਿੱਖਾਂ ਦੀ ਗਿਣਤੀ ਹੈ ਪੰਜਾਬ ਦੇ ਵਿੱਚ, ਤਾਂ ਹਰ ਕੋਈ ਇਸ ਸਮੇਂ ਸਿੱਖਾਂ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰੋਫੈਸਰ ਸਾਹਿਬ ਨੂੰ ਲੈ ਕੇ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਹੈ। ਜੇਕਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਦੇਖਦੇ ਹੋ, ਪੰਜਾਬ ਦੇ ਵਿੱਚ ਕਿਹੜੀ ਉਹ ਇੱਕ ਪਾਰਟੀ ਆ ਜਿਹੜੀ ਪ੍ਰੋਫੈਸਰ ਸਾਹਿਬ ਦੇ ਹੱਕ ਦੇ ਵਿੱਚ ਚੱਲਦੀ ਰਹੀ ਹੈ? ਇਹਨਾਂ ਦੇ ਮੁੱਦੇ ਦੇ ਉੱਤੇ ਤਾਂ ਪਤਾ ਨਹੀਂ ਕਿਉਂ ਸਾਰੇ ਸਿਆਸਤ ਕਰਨ ਲੱਗ ਜਾਂਦੇ ਆ। ਮੈਂ ਉਹੀ ਜਿਵੇਂ ਪਹਿਲਾਂ ਕਿਹਾ ਵੀ ਸਿਆਸਤ ਨਹੀਂ ਹੋਣੀ ਚਾਹੀਦੀ। ਇਹਨਾਂ ਦਾ ਕਾਨੂੰਨੀ ਪੱਖ ਵੇਖ ਕੇ, ਸੁਪਰੀਮ ਕੋਰਟ ਦਾ ਡਿਸੀਜਨ ਵੇਖ ਕੇ ਤੇ ਇਹਨਾਂ ਦੀ ਲੰਮੀ ਉਮਰ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਆ ਉਹਨੂੰ ਦੇਖ ਕੇ ਫੈਸਲਾ ਕਰਨਾ ਚਾਹੀਦਾ, ਕਿਉਂਕਿ ਕੇਸ ਦਿੱਲੀ ਸਰਕਾਰ ਦਾ ਆ ਤੇ ਉਹਨਾਂ ਨੂੰ ਕਰਨਾ ਚਾਹੀਦਾ। ਹੁਣ ਉਹਨਾਂ ਕੋਲੇ ਪਿਆ ਕੇਸ ਤਾਂ ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰੂੰਗੀ ਵੀ ਵੋਟਾਂ ਤਾਂ ਪਤਾ ਨਹੀਂ, ਹੁਣ ਵੋਟਾਂ ਤਾਂ ਲੋਕਾਂ ਦੀ ਮਾਨਸਿਕਤਾ 'ਤੇ ਡਿਪੈਂਡ ਕਰਦਾ ਆ, ਇਹਦੇ ਨਾਲ ਤਾਂ ਵੋਟਾਂ ਨੂੰ ਕੋਈ ਫਰਕ ਨਹੀਂ ਪੈਣਾ। ਤੇ ਜੇ ਉਹ ਕੇਸ ਕਰ ਦਿੰਦੇ ਆ ਤਾਂ ਸਗੋਂ ਪੰਜਾਬੀਆਂ ਨੂੰ ਜ਼ਰੂਰ ਇਹ ਹੋਊਗਾ ਵੀ ਸਾਡੇ ਵਾਸਤੇ ਕੇਜਰੀ ਸਾਹਿਬ ਨੇ ਸਾਡਾ ਇਹ ਜਿਹੜਾ ਕੇਸ ਇੰਨੇ ਚਿਰ ਦਾ ਮਸਲਾ ਇਹ ਹੱਲ ਕੀਤਾ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਧਰਮ ਪਤਨੀ ਜੀ, ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਹੁੰਦੀ ਆ ਰਹੀ ਹੈ, ਪਰ ਇਸ ਮੁੱਦੇ ਨੂੰ ਸਿਆਸਤ ਦੇ ਨਾਲ ਨਾ ਜੋੜਿਆ ਜਾਵੇ, ਕਿਉਂਕਿ ਇਹ ਜੋ ਹੈ ਕਾਨੂੰਨੀ ਪ੍ਰਤੀਕਿਰਿਆ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ।